ਗੁੰਜਾ ਸਿੱਖ ਵਿਰਸੇ ਦੀਆਂ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਹਨਵੰਤ ਸਿੰਘ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਲੀ ਫਤਿਹ ਦਿਵਸ ਨੂੰ ਮਨਾਉਣ ਸੰਬੰਧੀ ਇੱਕ ਵਿਸ਼ੇਸ਼ ਇਕੱਤਰਤਾ ਸੱਦੀ ਗਈ ਅਤੇ ਇਹ ਫੈਸਲਾ ਲਿਆ ਗਿਆ 26 ਅਤੇ 27 ਮਾਰਚ ਨੂੰ ਦਿੱਲੀ ਫਤਿਹ ਦਿਵਸ ਬੜੇ ਹੀ ਜਾਓ ਜਲਾਲ ਦੇ ਨਾਲ ਮਨਾਇਆ ਜਾਵੇਗਾ। ਕੀ ਹੈ ਪੂਰੀ ਰਿਪੋर्ट, आओ ਵੇਖਦੇ ਹਾਂ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਕ ਬੜੀ ਅਹਿਮ ਮੀਟਿੰਗ ਕੀਤੀ ਗਈ ਹੈ ਦਿੱਲੀ ਫਤਿਹ ਦਿਵਸ ਮਨਾਉਣ ਨੂੰ ਲੈ ਕੇ। ਔਰ ਦੱਸ ਦਈਏ ਕਿ 26 ਔਰ 27 ਮਾਰਚ ਨੂੰ ਇਹ ਫਤਿਹ ਦਿਵਸ ਮਨਾਇਆ ਜਾਣਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਔਰ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਜੀ ਨਾਲ ਮੌਜੂਦ ਨੇ, ਜਿਨ੍ਹਾਂ ਨੇ ਇਸ ਅੱਜ ਮੀਟਿੰਗ ਦੀ ਜਿਹੜੀ ਅਗਵਾਈ ਕੀਤੀ। ਕਾਲਕਾ ਜੀ, 2 ਸਾਲ ਦੇ ਵਕਫੇ ਤੋਂ ਬਾਅਦ ਜਿਹੜਾ ਹੁਣ ਫਤਿਹ ਮਾਰਚ ਦੀਆਂ ਤਰੀਕਾਂ ਫਾਈਨਲ ਹੋਈਆਂ। ਪਹਿਲਾਂ ਕੋਵਿਡ ਕਰਕੇ ਜਿਹੜਾ ਫਤਿਹ ਮਾਰਚ ਨਹੀਂ ਹੋ ਸਕਿਆ ਸੀ। देखो, ये वाकई लोगों की बड़ी वड्डी डिमांड सी, क्योंकि हर साल दिल्ली फतेह दिवस जी कमेटी बनाती आई है और लगातार कई साल बनाने तो बाद 2 साल जो कोविड करके दी रोक लग गई सी, परमिशनस भी प्रॉब्लम सी और साड़ी जिम्मेवारी भी बनती सी। मगर अज सारी कमेटी ने मिल के इस गल की प्रवानगी ली है कि ये प्रोग्राम सानू करना चाहिए और 26-27 मार्च की डेट असी अपने वालों निर्धारित की है। मगर ये सारिया डिपेंड करदियां ने सरकारी परमिशनस के उपर और मैनू लगता है कि कोई हुण औकड़ा आन गया नहीं। गुरु तेग बहादुर साहब के 400 साला प्रकाश पुरब नूं समर्पित ਇਹ ਨਾਲ ਉਹਦੇ ਨਾਲ ਜੋੜਿਆ ਜਾਏਗਾ, ਕਿਉਂਕਿ ਬਹੁਤ ਵੱਡੀ ਡਿਮਾਂਡ ਸੰਗਤਾਂ ਦੀ ਇਸ ਸ਼ਤਾਬਦੀ ਨੂੰ ਲੈ ਕੇ ਵੀ ਸੀ ਔਰ ਜਿਹੜੀ ਅਸੀਂ ਪਿਛਲੇ ਸਾਲ ਆਰੰਭ ਕੀਤੀ ਔਰ ਪੂਰੀ ਸਾਲ ਮਨਾ ਨਹੀਂ ਸਕੇ। ਮਗਰ ਜਿਸ ਤਰੀਕੇ ਦੇ ਨਾਲ ਅੱਜ ਸੁਜੈਸ਼ਨਸ ਆਈਆਂ ਨੇ, ਵੱਡੇ ਪੱਧਰ ਦੇ ਉੱਤੇ ਇਹਨੂੰ ਸ਼ਤਾਬਦੀ ਨੂੰ ਨਾਲ ਮਨਾਇਆ ਜਾਏਗਾ ਔਰ ਇਸ ਫਤਿਹ ਦਿਵਸ ਦੇ ਨਾਲ ਜੋੜਿਆ ਜਾਏਗਾ। ਸੋ ਵੱਖ-ਵੱਖ ਜਥੇਬੰਦੀਆਂ ਨੂੰ, ਵੱਖ-ਵੱਖ ਕੀਰਤਨੀਆਂ ਨੂੰ ਔਰ ਜਿਹੜੀਆਂ ਸਕੂਲਾਂ ਦੀਆਂ ਟੀਮਾਂ ਨੇ ਇਹਨਾਂ ਨੂੰ ਨਾਲ ਜੋੜ ਕੇ ਇਸ ਪ੍ਰੋਗਰਾਮ ਦੀ ਰੂਪਰੇਖਾ ਸਾਰੀ ਬਣਾ ਦਿੱਤੀ ਜਾਏਗੀ ਔਰ ਅੱਜ ਜਿਹੜੀ ਸਾਰੀ ਸਮੁੱਚੀ ਟੀਮ ਦੀ ਇਹਦੇ ਉੱਤੇ ਜ਼ਿੰਮੇਵਾਰੀ ਲਾਤੀ ਗਈ। ਇਸ ਤੋਂ ਇਲਾਵਾ ਦਿੱਲੀ ਦੀਆਂ ਸਿੰਘ ਸਭਾਵਾਂ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਨਾਲ ਵੀ ਬੈਠਕ ਹੋਏਗੀ। ਕਿਸ ਤਰੀਕੇ ਦੀ ਰੂਪਰੇਖਾ ਔਰ ਕੀ ਕੁਝ ਸਮਾਗਮ ਰਹਿਣਗੇ? ਦੇਖੋ, ਬਿਲਕੁਲ ਸਿੰਘ ਸਭਾਵਾਂ ਦੇ ਸਹਿਯੋਗ ਦੇ ਨਾਲ ਹੀ ਸਾਰੇ ਕੰਮ ਹੁੰਦੇ ਆ ਔਰ ਸਿੰਘ ਸਭਾਵਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ। ਜਿਸ ਤਰੀਕੇ ਦੇ ਨਾਲ ਪਿਛਲੇ ਅਸੀਂ ਪ੍ਰੋਗਰਾਮ ਕੀਤੇ ਨੇ, ਇਸ ਬਾਰੇ ਵੀ ਉਹਨਾਂ ਦੀ ਇੱਕ ਵੱਡੀ ਮੀਟਿੰਗ ਕਾਲ ਕਰਕੇ ਉਹਨਾਂ ਕੋਲੋਂ ਹੋਰ ਅੱਛੇ ਸੁਝਾਅ ਲਏ ਜਾਣਗੇ। ਉਹਦੇ ਵਿੱਚ ਸੰਤ ਸਮਾਜ ਵੀ ਜਿਹੜਾ ਦਿੱਲੀ ਦੇ ਨਾਲ ਕਨੈਕਟਡ ਹੈ ਉਹਨਾਂ ਨੂੰ ਵੀ ਪੁੱਛਿਆ ਜਾਏਗਾ ਔਰ ਜਿਹੜੀ ਬਾਹਰ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਇਨਵੋਲਵ ਕਰਕੇ ਇਸ ਨੂੰ ਪੂਰੀ ਰੂਪਰੇਖਾ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਕਾਲੋ ਸਾਹਿਬ, 2 ਸਾਲਾਂ ਬਾਅਦ ਜਿਹੜਾ ਫਤਿਹ ਮਾਰਚ ਫਤਿਹ ਦਿਵਸ ਮਨਾਇਆ ਜਾ ਰਿਹਾ, ਕੀ ਕੁਝ ਅੱਜ ਮੀਟਿੰਗ ਹੋਈ, ਕੀ ਕੁਝ ਰੂਪਰੇਖਾ ਤਿਆਰ ਕੀਤੀ ਗਈ ਆ? ਐਕਚੁਅਲੀ ਸਾਡੇ ਜਿਹੜਾ ਬਹੁਤ ਹੀ ਰਿਚ ਵਿਰਸਾ ਹੈ, ਜਿਹੜਾ ਇਤਿਹਾਸ ਹੈ, ਉਹ ਕਿਤਾਬਾਂ ਤੱਕ ਤੇ ਹੈ, ਲੇਕਿਨ ਕਿਤਾਬਾਂ ਤੋਂ ਬਾਹਰ ਜਾ ਕੇ ਐਕਚੁਅਲ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ, ਸਾਡੀ ਨਵੀਂ ਪਨੀਰੀ ਨੂੰ ਪਤਾ ਲੱਗੇ। ਇਸ ਕਮੇਟੀ ਨੇ ਪਹਿਲਾਂ ਇਹ ਉਪਰਾਲਾ ਕੀਤਾ, ਫਤਿਹ ਦਿਵਸ ਮਨਾਇਆ ਔਰ ਉਸ ਦਾ ਭਰਪੂਰ ਸ਼ਲਾਘਾ ਹੋਈ। ਜੋ ਦਿੱਲੀ ਫਤਿਹ ਹੋਈ ਉਹਦੇ 'ਚ ਜੋ ਸਾਡੇ ਜਰਨੈਲ ਸਨ, ਉਹਨਾਂ ਨੇ ਕਿੰਨੀ ਵੱਡੀ ਲੜਾਈ ਲੜੀ ਔਰ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਝੁਲਾਇਆ। ਇਹ ਬਹੁਤ ਵੱਡੀ ਇੱਕ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇਹ ਜਿਹੜੀ ਗੱਲ ਸੀ, ਲੇਕਿਨ ਕਿਸੇ ਨੂੰ ਪਤਾ ਨਹੀਂ ਸੀ ਔਰ ਫਤਿਹ ਦਿਵਸ ਮਨਾਇਆ। ਉਸ ਤੋਂ ਬਾਅਦ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਦੇਸ਼ ਗਿਆ ਔਰ ਉਸੇ ਨੂੰ ਹੀ ਅਸੀਂ ਕੰਟੀਨਿਊ ਕਰਦੇ ਹੋਏ ਬਹੁਤ ਸਾਰੇ ਨਵੇਂ ਸੁਜੈਸ਼ਨ ਆਏ ਆ। ਹੋਰ ਇਸ ਵਾਰੀ ਜਿਹੜੇ ਨਵੇਂ ਪ੍ਰੋਗਰਾਮ ਅਸੀਂ ਵਿੱਚ ਐਡ ਕਰਨੇ ਆ, ਜਿਹੜੇ ਸਾਡੇ ਇਤਿਹਾਸਕ ਉਪਲਬਧੀਆਂ ਹਨ ਉਹਨਾਂ ਨੂੰ ਐਡ ਕਰਨਾ ਹੈ ਔਰ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ। ਅੱਜ ਸਾਰੇ ਮੈਂਬਰ ਸਾਹਿਬਾਨ ਸਾਡੇ ਆਏ ਸੀ, ਉਹਦੇ 'ਚ ਸਾਰੇ ਸੁਝਾਅ ਵੀ ਆਏ ਆ ਔਰ ਇਸ ਨੂੰ ਅਸੀਂ ਹੁਣ ਮਨਾਉਣ ਜਾ ਰਹੇ ਹਾਂ ਔਰ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਜਿਹੜਾ ਕੌਮ ਦਾ ਜਿਹੜਾ ਸੰਦੇਸ਼ ਹੈ ਉਹ ਜਾਏਗਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰੋਗਰਾਮ ਜਿਹੜੇ ਵੱਡੇ ਪੱਧਰ ਦੇ ਉੱਤੇ ਉਲੀਕੇ ਗਏ ਸਨ, ਜਿਹੜੇ ਅਸੀਂ ਮਨਾਉਣ ਜਾ ਰਹੇ ਸਾਂ, ਲੇਕਿਨ ਕੋਵਿਡ ਦੀ ਵਜ੍ਹਾ ਕਰਕੇ ਸਾਨੂੰ ਉਹ ਪੋਸਟਪੋਨ ਕਰਨੇ ਪਏ, ਜਿਹਦੇ ਵਿੱਚ 400 ਬੱਚੇ ਜਿਹੜੇ ਅਸੀਂ ਤਿਆਰ ਕੀਤੇ ਸੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਬਾਣੀ ਦੇ 9ਵੇਂ ਮਹੱਲੇ ਦੇ ਸ਼ਲੋਕ ਜਿਹੜੇ ਗਾਇਨ ਕਰਨੇ ਸਨ, ਉਹ ਬਹੁਤ ਅਲੌਕਿਕ ਪ੍ਰੋਗਰਾਮ ਸੀ, ਉਹ ਵੀ ਕੈਂਸਲ ਹੋ ਗਿਆ। ਸੋ ਅਸੀਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਨੂੰ ਨਾਲ ਸਮਰਪਿਤ ਕਰਕੇ ਔਰ ਫਤਿਹ ਦਿਵਸ ਔਰ ਜਿੱਥੇ ਜਿੱਥੇ ਵੀ ਤੰਤੀ ਸਾਜ਼ ਦੇ ਵਿੱਚ ਜਿਹੜਾ ਕੀਰਤਨ ਹੋਏਗਾ, ਸੋ ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਇਤਿਹਾਸਕ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ, ਚਾਹੇ ਉਹ ਸ਼ਸਤਰ ਹਨ ਜਾਂ ਹੋਰ ਵਸਤਾਂ ਹਨ, ਉਹ ਸਾਰੇ ਹੀ ਅਸੀਂ ਇਕੱਤਰ ਕਰਾਂਗੇ ਔਰ ਸੰਗਤ ਉਹਦਾ ਦਰਸ਼ਨ ਕਰ ਸਕੇ, ਇਤਿਹਾਸਕ ਦਾ ਪਤਾ ਚੱਲ ਸਕੇ। ਇਹ ਵੀ ਉਪਰਾਲਾ ਨਾਲ ਕਰ ਰਹੇ ਹਾਂ। ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ
ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਾਰੇ ਗੁੰਮਰਾਹ ਪ੍ਰਚਾਰ ਕਰ ਰਹੇ ਹਨ। ਇਹ ਕਹਿਣਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦਾ। ਜਿਸ ਤਰੀਕੇ ਦੇ ਨਾਲ 2 ਦਿਨ ਤੋਂ ਸਰਵਣਾ ਸਾਹਿਬ ਔਰ ਮਨਜੀਤ ਸਿੰਘ ਜੀ ਕੇ ਭੰਡੀ ਪ੍ਰਚਾਰ ਕਰ ਰਹੇ ਸਕੂਲਾਂ ਨੂੰ ਲੈ ਕੇ ਐਫੀਡੇਵਿਟ ਦਿੱਤਾ ਗਿਆ ਕਿ ਸਕੂਲ ਸਾਡੇ ਨਹੀਂ ਨੇ, ਇਹਦੀ ਕਲੈਰਿਟੀ ਅੱਜ ਸੰਗਤ ਨੂੰ ਦੇਣੀ ਬਹੁਤ ਜ਼ਰੂਰੀ ਸੀ ਕਿ ਇਹੋ ਜੀ ਕੋਈ ਗੱਲ ਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ, ਨਾ ਕੋਈ ਕਰ ਸਕਦਾ ਹੈ ਕਿ ਜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜੇ ਵਿਦਿਅਕ ਅਦਾਰੇ ਨੇ ਸਾਡੇ ਆਪਣੇ ਨੇ ਉਹਨਾਂ ਨੂੰ ਚਲਾਉਣ ਵਾਸਤੇ, ਮਗਰ ਸਾਨੂੰ ਇੰਪੋਜ਼ ਕਰਕੇ ਗੁਰਦੁਆਰਾ ਕਮੇਟੀ ਨੂੰ ਕਿ ਤੁਸੀਂ 7th ਪੇ ਕਮਿਸ਼ਨ ਲਗਾਓ, ਇਹਦੇ ਬਾਰੇ ਅਸੀਂ ਬਿਲਕੁਲ ਨਹੀਂ ਮੰਨਾਂਗੇ। ਇਸ ਕਰਕੇ ਅਸੀਂ ਕੋਰਟ ਦੇ ਵਿੱਚ ਗਿਆ, ਉਹਨੂੰ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਮਿਸਅਪਰੋਪਰੀਏਟ ਕੀਤਾ, ਉਹਦੀ ਅੱਜ ਕਲੈਰਿਟੀ। ਬਿਲਕੁਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਸਕੂਲ ਬਣਾਏ ਨੇ ਔਰ ਇਹ ਸਕੂਲ ਦੇਣ ਦਾ ਇਖਤਿਆਰ ਕਿਸੇ ਕੋਲ ਨਹੀਂ ਹੈਗਾ। ਇਹ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਆਪਣੀ ਕਮੇਟੀ ਜ਼ਰੂਰ ਇਹ ਕੰਮ ਕੀਤਾ ਸੀ ਕਿ ਸੁਸਾਇਟੀ ਵੱਖਰੀ ਹੈ, ਮਗਰ ਅਸੀਂ ਵਾਰ-ਵਾਰ ਇੱਕੋ ਗੱਲ ਕਰ ਰਹੇ ਹਾਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਮਦਦ ਕਰ ਰਹੀ ਹੈ, ਜਿਹੜੀ ਉਹਨੂੰ ਇੱਕ ਪਿੱਛੋਂ ਸਪੋਰਟ ਦੇ ਰਹੀ ਹੈ, ਫੀਡਬੈਕ ਦੇ ਰਹੀ ਹੈ, ਪਿਛਲੇ 2.5 ਸਾਲਾਂ 'ਚ 67 ਕਰੋੜ ਰੁਪਏ ਪ੍ਰਸਾਈਜ਼ਲੀ ਹੁਣ ਮੈਂ ਤੁਹਾਨੂੰ ਦੱਸਿਆ ਜਿਹਨੇ ਉਹਨਾਂ ਨੂੰ ਪੈਸੇ ਦਿੱਤੇ ਨੇ और स्कूल चलाने वास्ते, तो अगर उन्होंने अगर स्कूल नहीं है तो फिर असीं क्यों पैसे दे रहे हैं। ये 15 दिन के 23 तरीक तो जब तो साडी कमेटी चुन के आई है 4 करोड़ रुपया स्कूलों को असीं फीडबैक दिता, जे साडे नहीं ने फिर असीं क्यों दिता। सो ये गल्लां नूं उन्हां नूं क्लैरिटी होनी चाहिए और संगत नूं क्लैरिटी होनी चाहिए है। देखो सरना साहब का काम है कि संगत नूं उलझाउणा, संगत दे विच भुलेखे पाउणा, वो शुरू तो इदां ही करदे आ रहे जदों तो आउट ऑफ पावर गए आ और इसे करके संगत ने उन्हां नूं नकार दिता है। ਹੁਣ ਜਿਹੜਾ ਪਿਛਲੇ 3 ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਝੂਠਾ ਪੰਡੀ ਪ੍ਰਚਾਰ ਕਰ ਰਹੇ ਆ, ਉਸ ਦਾ ਇੱਕ ਲਾਈਨ ਦੇ ਵਿੱਚ ਅਸੀਂ ਜਵਾਬ ਦੇ ਦਿੰਦੇ ਆ ਕਿ ਪਿਛਲੇ 2.5-3 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ 67 ਕਰੋੜ ਰੁਪਏ ਉਹਨਾਂ ਨੂੰ ਪਹਿਲੇ ਦੇ ਚੁੱਕੇ ਆ, ਜਿਸ ਦਿਨ ਤੋਂ ਹੁਣ ਸਾਡੀ ਕਮੇਟੀ ਦੁਬਾਰਾ 23 ਤਰੀਕ ਤੋਂ ਬਣੀ ਆ 4 ਕਰੋੜ ਰੁਪਏ ਅਸੀਂ ਸਕੂਲਾਂ ਨੂੰ ਫੇਰ ਦੇ ਚੁੱਕੇ ਆ ਔਰ ਅੱਗੇ ਵੀ ਜਦੋਂ ਲੋੜ ਪਏਗੀ ਦਿੱਲੀ ਕਮੇਟੀ ਉਹਨਾਂ ਨੂੰ ਬਿਲਕੁਲ ਸਪੋਰਟ ਕਰੇਗੀ। ਪਰ ਇਹ ਜਿਹੜਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਕਿ ਸਕੂਲ ਡਿਸਓਨ ਕਰ ਦਿੱਤੇ, ਇਹ ਕੇਵਲ ਇਹਨਾਂ ਦੀ ਦਿਮਾਗ ਦੀ ਉਪਜ ਹੈ ਕਿਉਂਕਿ ਹੁਣ ਉਹ ਵਿਹਲੇ ਬੈਠੇ ਆ, ਘਰ ਦੇ ਵਿੱਚ ਬੈਠੇ ਕਰਨ ਕੀ, ਕੋਈ ਕੰਮ ਨਹੀਂ ਹੈਗਾ। ਸੋ ਸੰਗਤ ਨੂੰ ਮੈਂ ਇਹ ਅਪੀਲ ਕਰਦਾ ਕਿ ਸੰਗਤ ਜੀ ਸਾਡੇ ਤੇ ਭਰੋਸਾ ਰੱਖੋ, ਵਿਸ਼ਵਾਸ ਰੱਖੋ, ਤੁਸੀਂ ਸਾਨੂੰ ਮੈਂਡੇਟ ਦਿੱਤਾ, ਸੇਵਾ ਦਿੱਤੀ ਆ ਔਰ ਇੱਕ ਕੌਮ ਦੀ ਜੋ ਵਿਰਸਾ ਹੈ, ਜੋ ਵਿਰਾਸਤ ਹੈ, ਜੋ ਸਕੂਲ ਹੈ ਜਿਹਦੇ ਵਿੱਚੋਂ ਸਾਡੇ ਬੱਚੇ ਅੱਗੇ ਸਕਾਲਰ ਬਣਨੇ ਆ, ਉਹਨਾਂ ਨੇ ਬਹੁਤ ਅੱਗੇ ਉੱਚੀਆਂ ਪਦਵੀਆਂ ਤੇ ਜਾਣਾ ਪੜ੍ਹ ਕੇ, ਇਸ ਦੀ ਸਾਂਭ ਸੰਭਾਲ ਬੜੇ ਸੁਚੱਜੇ ਢੰਗ ਦੇ ਨਾਲ ਕਰਾਂਗੇ, ਬੁਲੰਦੀਆਂ ਤੇ ਲੈ ਕੇ ਜਾਵਾਂਗੇ ਔਰ ਕੌਮ ਦੀ ਚੜ੍ਹਦੀ ਕਲਾ ਹੋਵੇਗੀ। ਕਲਗੀਧਰ ਟਰਸਟ ਬੜੂ ਸਾਹਿਬ ਦੇ ਸੰਸਥਾਪਕ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ, ਜਿਸ ਵਿੱਚ ਪੰਥ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਇਸ ਤੋਂ ਇਲਾਵਾ ਗੁਰੂ ਘਰ ਦੇ ਕੀਰਤਨੀ ਅਤੇ ਕਥਾਵਾਚਕ ਨੇ ਵਿਸ਼ੇਸ਼ ਕਰਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਵਿੱਚ ਦੁਨੀਆ ਸੇਵ ਕਮਾਇਆ ਤਾਂ ਦਰ ਕੇ ਬੈਸਣ ਪਾਇਆ, ਵਿੱਚ ਦੁਨੀਆ ਸੇਵ ਕਮਾਇਆ। ਸਾਲ ਕਲਗੀਧਰ ਟਰਸਟ ਬੜੂ ਸਾਹਿਬ ਵੱਲੋਂ ਜਿਹੜਾ ਇੱਥੇ ਸਮਾਗਮ ਕੀਤਾ ਜਾਂਦਾ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮਾਗਮ ਹੁੰਦਾ ਔਰ ਲੋਕ ਇੱਥੇ ਜਿਸ ਤਰੀਕੇ ਦੇ ਨਾਲ ਪਿਆਰ ਨਾਲ, ਸ਼ਰਧਾ ਨਾਲ, ਉਹ ਜਿਹੜੀ ਸੇਵਾ ਭਾਵਨਾ ਖਾਸ ਤੌਰ ਤੇ ਟਰਸਟ ਦੀ ਉਹਨੂੰ ਦੇਖਦੇ ਹੋਏ ਉਹਨਾਂ ਨਾਲ ਜੁੜੇ ਆ। ਖਾਸ ਤੌਰ ਤੇ ਬਾਬਾ ਇਕਬਾਲ ਸਿੰਘ ਜੀ ਜਿਹੜੇ ਅੱਜ ਚੰਦ ਦਿਨਾਂ ਪਹਿਲੇ ਸਾਨੂੰ ਸਿੱਧੀ ਵਿਕਾਲੇ ਵਿਛੋੜਾ ਦੇ ਗਏ, ਉਹਨਾਂ ਦੀ ਬਹੁਤ ਵੱਡੀ ਦੇਣ, ਉਹਨਾਂ ਦੀ ਬਹੁਤ ਵੱਡੀ ਸੋਚ ਨੇ ਇਸ ਸੰਸਥਾ ਨੂੰ ਇੱਥੇ ਤੱਕ ਪਹੁੰਚਾਇਆ ਕਿ ਅੱਜ ਦੇਸ਼ ਦੇ ਹਰ ਕੋਨੇ ਦੇ ਵਿੱਚ, ਖਾਸ ਤੌਰ ਤੇ ਪੰਜਾਬ ਔਰ ਯੂਪੀ 'ਚ ਮੈਂ ਕਹਿ ਸਕਦਾ, ਜਿਸ ਤਰੀਕੇ ਦੇ ਨਾਲ ਵਿਦਿਅਕ ਅਦਾਰੇ ਖੋਲ੍ਹੇ ਗਏ, ਤਕਰੀਬਨ 150 ਤੋਂ ਉੱਪਰ ਵਿਦਿਅਕ ਅਦਾਰੇ ਖੋਲ੍ਹੇ ਗਏ, ਸਕੂਲ ਖੋਲ੍ਹੇ ਗਏ ਔਰ ਉਸ ਜਿੱਥੇ ਪਿੰਡਾਂ ਦੇ ਵਿੱਚ ਸੜਕਾਂ ਨਹੀਂ ਜਾਂਦੀਆਂ ਉੱਥੇ ਸਕੂਲ ਬਣਾਤੇ ਗਏ ਔਰ ਆਪਣੀ ਕਾਲਜ ਬਣਾਉਣਾ ਬਠਿੰਡੇ ਦੇ ਵਿੱਚ ਔਰ ਗੁਰੂ ਕੀ ਕਾਸ਼ੀ ਦੇ ਨਾਮ ਰੱਖ ਕੇ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾਉਣ ਦਾ ਇਹਨਾਂ ਨੇ ਪ੍ਰੋਗਰਾਮ ਕੀਤਾ ਔਰ ਖਾਸ ਤੌਰ ਤੇ ਕੁੜੀਆਂ ਨੂੰ ਔਰ ਬਿਨਾਂ ਫੀਸ ਦੇ ਨਿਸ਼ੁਲਕ ਪੜ੍ਹਾਇਆ ਗਿਆ ਕਿ ਜਿਹੜੇ ਪਰਿਵਾਰ ਅਫੋਰਡ ਨਹੀਂ ਕਰਦੇ। ਸੋ ਬਹੁਤ ਵੱਡੀ ਸੇਵਾ ਹੈ ਮਾਨਵਤਾ ਦੀ, ਸਿੱਖਿਆ ਦੀ ਔਰ ਖਾਸ ਤੌਰ ਤੇ ਜਿਹੜੀ ਆਪਣੇ ਸਿੱਖ ਸਮਾਜ ਨੂੰ ਨਾਲ ਜੋੜਨ ਦੀ। ਸੋ ਮੈਂ ਇਸ ਅੱਜ ਉਹਨਾਂ ਦੀ ਜਿਹੜੀ ਸ਼ਰਧਾਂਜਲੀ ਵੀ ਇੱਥੇ ਦਿੱਤੀ ਗਈ ਹੈ ਕਿਉਂਕਿ ਐਸੀ ਰੂਹਾਂ ਮੇਰੇ ਖਿਆਲ ਸਦੀਆਂ 'ਚ ਜਨਮ ਲੈਂਦੀਆਂ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੇਵਾਵਾਂ ਕੀਤੀਆਂ ਉਹ ਅੱਜ ਸਾਰੇ ਇੱਥੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ਼ ਵੀ ਹੈ। ਦੇਖੋ ਮੈਂ ਸਮੁੱਚੀ ਸਿੰਘ ਸੰਗਤ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜੀਆਂ ਵੀ ਆ ਸੰਸਥਾਵਾਂ ਇਹੋ ਜਿਹੀਆਂ ਬਣਦੀਆਂ ਜਿਹੜੀਆਂ ਆਪਣੀ ਕਮਿਊਨਿਟੀ ਨੂੰ ਅੱਗੇ ਲਿਜਾ ਕੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ, ਉਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ
ਉਹਨਾਂ ਨੂੰ ਮੋਰਲੀ ਹੈਲਪ, ਔਰ ਜਿਸ ਤਰੀਕੇ ਨਾਲ ਵੋਲੰਟੀਅਰਸ ਦੀ ਸੇਵਾ ਦੇਖੋ, ਅੱਜ ਤੁਸੀਂ ਹਜ਼ਾਰਾਂ ਦੀ ਤਾਦਾਦ ਨਾਲ ਇੱਥੇ ਲੋਕ ਸੇਵਾ ਕਰ ਰਹੇ ਆ। ਇਹੋ ਜਿਹੀਆਂ ਸੇਵਾਵਾਂ ਦੇ ਵਿੱਚ ਸਾਥ ਪਾਉਣਾ ਚਾਹੀਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਹੋਣ ਦੇ ਨਾਤੇ ਸਾਡੀਆਂ ਵੀ ਬੜੀ ਵੱਡੀ ਜ਼ਿੰਮੇਵਾਰੀਆਂ, ਮਗਰ ਜਿੱਥੇ ਸਾਨੂੰ ਬਾਉਂਡੇਸ਼ਨਸ ਪੋਲੀਟੀਕਲ ਆ ਜਾਂਦੀਆਂ, ਸਾਡੇ ਐਕਟ ਦੇ ਮੁਤਾਬਿਕ ਆ ਜਾਂਦੀਆਂ, ਅਸੀਂ ਕਈ ਕੰਮ ਐਸੇ ਜਿਹੜੇ ਚਾਹੁੰਦੇ ਹੋ ਵੀ, ਜਿਸ ਤਰ੍ਹਾਂ ਇੱਥੇ ਬੜੂ ਸਾਹਿਬ ਆਪਣੇ ਪ੍ਰੋਡਕਟਸ ਨੂੰ ਲਾਂਚ ਕੀਤਾ, ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਹਾਰਾਜ ਦੇ ਨਾਮ ਦੇ ਉੱਤੇ ਅਸੀਂ ਪ੍ਰੋਡਕਟਸ ਤਿਆਰ ਕਰਵਾਏ ਸੀ ਕਿ ਅਸੀਂ ਵੀ ਇਹਨਾਂ ਨੂੰ ਕਰੀਏ, ਮਗਰ ਸਾਡੀਆਂ ਕਈ ਲੀਗਲ ਬਾਉਂਡੇਸ਼ਨਸ ਨੇ। ਸੋ ਜਦ ਤੱਕ ਫਾਈਨੈਂਸ਼ੀਅਲੀ ਸੰਸਥਾ ਮਜ਼ਬੂਤ ਨਹੀਂ ਹੋਏਗੀ, ਉਹਦੇ ਨਾਲ ਉਹਦੇ ਵਿੱਚ ਕਈ ਔਕੜਾਂ ਆਉਣਗੀਆਂ। ਸੋ ਮੈਂ ਸਮਝਦਾ ਕਿ ਆਪਣੀ ਕਮਿਊਨਿਟੀ ਨੂੰ ਉੱਚਾ ਚੁੱਕਣ ਵਾਸਤੇ ਜਿਸ ਤਰੀਕੇ ਨਾਲ ਸੰਗਤਾਂ ਨੇ ਬੜੂ ਸਾਹਿਬ ਨਾਲ ਸਹਿਯੋਗ ਕੀਤਾ, ਬਾਕੀ ਸੰਸਥਾਵਾਂ ਨੂੰ ਇਸ ਤਰ੍ਹਾਂ ਚੁੱਕਿਆ ਜਾਏ। मैं समझदा कि ऐसी रूह ਬਹੁਤ ਮਹਾਨ ਰੂਹ ਹੈ, ਔਰ ਮੇਰਾ ਸੁਭਾਗ ਰਿਹਾ ਕਿ ਮੈਂ ਉਹਨਾਂ ਦੇ ਕਈ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬੜੂ ਸਾਹਿਬ ਉਹਨਾਂ ਦਾ ਜਾ ਕੇ ਅਸੀਂ ਸਥਾਨ ਵੀ ਦੇਖਿਆ, ਉੱਥੇ ਦੇ ਸਾਰੇ ਪ੍ਰਬੰਧ ਵੀ ਦੇਖੇ, ਔਰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਇੱਕ ਐਸੀ ਸ਼ਖਸੀਅਤ ਜਿਹਨੂੰ ਦੇਖ ਕੇ ਲੋਕਾਂ ਨੇ ਆਪਣੇ ਸਾਰੇ ਕਾਰੋਬਾਰ, ਸਾਰੀ ਦੁਨੀਆਦਾਰੀ ਛੱਡ ਕੇ ਸੇਵਾ 'ਚ ਲੱਗੇ ਹੋਣ ਨਾ, ਇਹੋ ਜੀ ਰੂਹ ਜਿਹੜੀ ਹੈ ਇੱਕ ਬਹੁਤ ਵੱਡੀ ਮਿਸਾਲ ਹੈ, ਔਰ ਨਮਨ ਹੈ ਉਹਨਾਂ ਨੂੰ, ਕਿਉਂਕਿ ਉਹ ਇੱਕ ਐਸੀ ਬੂਟੇ ਨੂੰ ਲਾ ਕੇ ਗਏ ਨੇ ਜਿਹੜਾ ਅੱਜ ਬਹੁਤ ਵੱਡਾ ਫਲਦਾਰ ਬ੍ਰਿਕਸ਼ ਬਣ ਗਿਆ ਕਿ ਇੰਨੀਆਂ ਵੱਡੀਆਂ ਅਕੈਡਮੀਆਂ, ਇੰਨੀ ਤਾਦਾਦ 'ਚ ਅਕੈਡਮੀਆਂ, ਔਰ ਇਹ ਸੁਗੰਧ ਜਿਹੜੀ ਫੈਲ ਰਹੀ ਹੈ ਇਹ ਇਹਨਾਂ ਦੀ ਸਾਰੀ ਟੀਮ ਦੀ ਹੈ ਕਿ ਇੱਕ ਛੋਟੇ ਜਿਹੇ ਹਿਮਾਚਲ ਦੇ ਪਿੰਡ ਤੋਂ ਕਿਸ ਤਰ੍ਹਾਂ ਇਹ ਇੰਨੀ ਵੱਡੀ ਸੰਸਥਾ ਨਿਕਲ ਕੇ ਆਈ। ਇਸ ਸਭ ਨੂੰ ਸਿੱਖਣ ਦੀ ਵੀ ਲੋੜ ਹੈ ਸਾਨੂੰ। ਔਰ ਉੱਥੇ ਇੱਕ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਬਾਬਾ ਜੀ ਨੇ ਉੱਥੇ ਹਾਈਐਸਟ ਐਲੀਵੇਸ਼ਨ ਦਾ ਗੁਰਦੁਆਰਾ ਸਾਹਿਬ ਜ਼ਰੂਰ ਬਣਾਇਆ, ਲੇਕਿਨ ਉਹਦੇ 'ਚ ਨਾ 1 ਰੁਪਏ ਦਾ ਪੱਥਰ ਲਾਇਆ ਤੇ ਨਾ ਸੋਨਾ ਲਾਇਆ। ਇਹ ਜ਼ਰੂਰ, ਔਰ ਮੇਰੇ ਸਾਹਮਣੇ ਦੀ ਗੱਲ ਹੈ ਕਿ ਬਾਬਾ ਜੀ ਨੂੰ ਜਨਕਪੁਰੀ ਕੁਝ ਸਾਲ ਪਹਿਲੇ ਕਿਸੇ ਨੇ ਪੁੱਛਿਆ ਚੱਡਾ ਸਾਹਿਬ ਦੇ ਘਰ ਗ੍ਰਹਿ ਵਿਖੇ ਕਿ ਬਾਬਾ ਜੀ ਤੁਸੀਂ ਇਹ ਲਾਇਆ ਨਹੀਂ, ਤੇ ਉਹਨਾਂ ਨੇ ਦੱਸਿਆ ਕਿ ਵੀ ਮੇਰਾ 43 ਕਰੋੜ ਰੁਪਇਆ ਲੱਗਦਾ ਔਰ ਇਹਦੇ ਨਾਲ ਮੇਰੇ ਕਿੰਨੇ ਬੱਚੇ ਪੜ ਜਾਣਗੇ। ਸੋ ਇਹ ਸਿੱਖਣਾ ਚਾਹੀਦਾ, ਸਾਡੀਆਂ ਸਾਰੀਆਂ ਸੰਸਥਾਵਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਐਸੀ ਸੋਚ ਦੇ ਮਾਲਕ ਜਿਨ੍ਹਾਂ ਨੇ ਇੰਨੀ ਵੱਡਾ ਸੋਚ ਲੈ ਕੇ, ਔਰ ਅੱਜ ਸੁਗੰਧ ਕਿਹੜੀ ਪੂਰੀ ਦੁਨੀਆ 'ਚ ਫੈਲ ਰਹੀ ਹੈ, ਇੱਥੇ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੈਲੀਗੇਸ਼ਨ ਵੱਲੋਂ ਪਾਕਿਸਤਾਨ ਦੇ ਹਾਈ ਕਮਿਸ਼ਨ ਨਾਲ ਇੱਕ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਪਾਕਿਸਤਾਨ ਦੇ ਹਰੀਪੁਰ ਇਲਾਕੇ ਦੇ ਵਿੱਚ ਦੁਬਾਰਾ ਸਰਦਾਰ ਹਰੀ ਸਿੰਘ ਨਲੂਏ ਦਾ ਬੁੱਤ ਸਥਾਪਿਤ ਕਰਨ ਲਈ ਇੱਕ ਮੈਮੋਰੈਂਡਮ ਪੇਸ਼ ਕੀਤਾ ਗਿਆ। धर्म है, बाकी उनको भी ये चीज़ फॉलो करने की जरूरत है। गुरु नानक साहब का लंगर चलता है। आप किसी दिन मौका बनाएंगे, हमें बताना, आपको विजिट कराएंगे वहाँ पर जो डायलिसिस वगैरह, वहाँ पर आपको खुशी होगी कि वहाँ पर कोई कास्टिज्म नहीं देखा जाता, वो जो मर्जी आ जाए, उसको प्रेफरेंस मांगी जाती है कि जो फर्स्ट कम फर्स्ट सर्विस है, और उसको वहाँ डायलिसिस होता है। लोगों को जब हमने शुरू किया, हमें नहीं पता था कि इसका इतनी डिमांड है। लोग वहाँ पर आके रोते हैं कि लोगों के घर भी 20-25 साल से लोग डायलिसिस, एक डायलिसिस 2,500 से 3,000 रुपये, और हफ्ते में मिनिमम 2 है, कहीं वो 3 भी है। महीने में जिसने 10 डायलिसिस कराने हैं, 30,000 रुपये उसका लग गया, उनके तो घर बिके 20 साल से कराने के डायलिसिस। तो आज जो उनको रिलीफ मिला इस चीज़ से, इवन NCR दिल्ली के आसपास से भी, नोएडा से या फरीदाबाद से लोग आते वहाँ कराते हैं, क्योंकि सिर्फ किराए के पैसे खर्चने उन्होंने बता दिया। दुर्घटना पटना चाहे वो अच्छा, वो भी आए, बड़ी दूर आते जी, लोगों को पता लगता है। ਲੋਕਾਂ ਨੇ ਇੱਥੇ ਨਾ ਮਕਾਨ ਰੈਂਟ ਤੇ ਲੈ ਲਏ। सरदार गुरुदेव सिंह जी हमारे डायलिसिस सेंटर देख रहे हैं, भूपिंदर सिंह जी हमारा, ये सब वॉलेंट्री सर्विसेज हैं हमारे यहाँ पर। जितने भी मेंबर जीत के आते हैं, इवन जैसे MLA MP को खर्चा मिलता है, तनख्वाह मिलती है, ये किसी को नहीं मिलता। घर से अपने पैसे से गाड़ी में आती है, अपने पैसे से सर्विस करती है, और सिर्फ लोगों की सेवा करने के लिए जो टीम मिलता है, कोई फाइनेंशियल बेनिफिट किसी को नहीं है। सिर्फ एक पब्लिक के अंदर है कि ये गुरुद्वारा कमेटी का मेंबर है और ये सेवा भावना हो सकता है। सबसे पहले तो जी मैं कि आप लोग तशरीफ़ लाए और हमें इज़्ज़त बख्शी। हमारा ताल्लुक़ जो है वो सिख बरादरी के साथ बहुत गहरा और बहुत पुराना है, और आपने देखा होगा कि इसकी एक मिसाल करतारपुर कॉरिडोर का खुलना है। ਸੋ ਇਹ ਸੀ ਜੀ PTC ਦੀ ਖਾਸ ਪੇਸ਼ਕਸ਼ ਗੁੰਜਾ ਸਿੱਖ ਵਿਰਸੇ ਦੀਆਂ। ਹੁਣ ਮੈਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।